ਗੁੱਡ ਮਾਰਨਿੰਗ ਗਾਇਸ, ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ 'ਤੇ ਵਿਜ਼ਿਟ ਕਰਨ ਦੇ ਲਈ। ਅੱਜ ਦਾ ਟੌਪਿਕ ਹੈਗਾ ਜੀ ਇੰਡੀਅਨ ਪੋਲਿਟੀ ਤੇ ਮੋਸਟ ਇੰਪੋਰਟੈਂਟ MCQ ਨੇ ਜਿਹੜੇ ਵੱਖ-ਵੱਖ ਐਗਜ਼ਾਮਾਂ ਵਿੱਚ ਆਏ ਹੋਏ ਨੇ। ਇਹ ਵੀਡੀਓ ਜਿਹੜੇ ਇਹ ਪੋਲੀਟੀਕਲ ਲੈਕਚਰਰ ਐਂਡ ਮਾਸਟਰ ਕੈਡਰ ਅਤੇ ਹੋਰ ਜਿਹੜੇ ਪੰਜਾਬ ਦੇ ਐਗਜ਼ਾਮ ਨੇ ਉਹਨਾਂ ਲਈ ਬੈਨੀਫੀਸ਼ੀਅਲ ਹੈ ਜੀ, ਕਿਉਂਕਿ ਇਸ ਦਾ ਮੀਡੀਅਮ ਪੰਜਾਬੀ ਰੱਖਿਆ ਗਿਆ ਹੈਗਾ। ਇਸ ਤੋਂ ਇਲਾਵਾ ਜਾਣਕਾਰੀ ਹੈ ਜੀ ਸਾਡਾ ਇੱਕ ਟੈਲੀਗ੍ਰਾਮ ਚੈਨਲ ਵਿੱਚ, ਜੋ ਤੁਹਾਨੂੰ ਜੁਆਇਨ ਕਰਨਾ ਤਾਂ ਕਰ ਸਕਦੇ ਹੋ, ਕਿਉਂਕਿ ਇਸ ਉੱਤੇ ਅਸੀਂ ਹੋਰ ਵੀ ਕੁਛ ਐਕਸਟਰਾ ਜਾਣਕਾਰੀ ਪ੍ਰੋਵਾਈਡ ਕਰਵਾਉਂਦੇ ਜੀ। ਚੈਨਲ ਦਾ ਨੇਮ ਹੈਗਾ ਜੀ ਮਿਸ਼ਨ ਪੰਜਾਬ ਪੋਲੀਟੀਕਲ ਲੈਕਚਰਰ ਗਰੁੱਪ। ਹਾਂਜੀ, ਜੋ ਫਸਟ ਟਾਈਮ ਆਇਆ ਜੀ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ, ਤਾਂ ਕਿ ਸਾਰਿਆਂ ਤੋਂ ਪਹਿਲਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜੀ, ਇਸ ਨਾਲ ਸਾਨੂੰ ਮੋਟੀਵੇਸ਼ਨ ਮਿਲ ਜਾਏਗੀ ਅਤੇ ਇੱਦੋਂ ਵੀ ਆਪਾਂ ਵਧੀਆ ਤੋਂ ਵਧੀਆ MCQ ਲੈ ਕੇ ਆਵਾਂਗੇ। ਜਦੋਂ ਤੱਕ ਪੇਪਰ ਨਹੀਂ ਹੁੰਦਾ ਇਹ ਆਪਾਂ ਲਗਾਤਾਰ ਕਲਾਸਿਸ ਰੱਖਾਂਗੇ। ਚਲੋ ਜੀ ਸਟਾਰਟ ਕਰਨ ਜਾ ਰਹੇ ਹਾਂ। ਹਾਂਜੀ, ਫਸਟ MCQ ਹੈਗਾ ਜੀ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਵਾਲੀ ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ? ਆਪਸ਼ਨ ਹੈ ਜੀ ਡਾਕਟਰ BR ਅੰਬੇਦਕਰ, C ਰਾਜ ਗੋਪਾਲਾਚਾਰੀਆ, ਡਾਕਟਰ ਰਾਜਿੰਦਰ ਪ੍ਰਸਾਦ ਜਾਂ ਫਿਰ ਪੰਡਿਤ ਜਵਾਹਰ ਲਾਲ ਨਹਿਰੂ। ਸਹੀ ਆਪਸ਼ਨ ਬਣੂਗੀ ਜੀ ਜਿਸਨੇ ਭਾਰਤੀ ਸੰਵਿਧਾਨ ਦਾ ਨਿਰਮਾਣ ਕਰਨ ਵਾਲੀ ਜਿਹੜੀ ਸੰਵਿਧਾਨ ਸਭਾ ਸੀ ਉਹਦਾ ਪ੍ਰਧਾਨ ਹੈਗਾ ਸੀ ਆਪਸ਼ਨ ਨੰਬਰ C ਡਾਕਟਰ ਰਾਜਿੰਦਰ ਪ੍ਰਸਾਦ। ਨੈਕਸਟ ਹੈ ਜੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ? ਇਹ ਇੰਪੋਰਟੈਂਟ ਹੈ ਜੀ, ਨੋਟ ਕਰ ਲੈਣਾ। ਆਪਸ਼ਨ ਹੈ ਜੀ 9 ਦਸੰਬਰ 1946 ਜਾਂ ਫਿਰ 9 ਜੁਲਾਈ 1946। C ਆਪਸ਼ਨ ਹੈ ਜੀ 14 ਅਗਸਤ 1947 ਜਾਂ ਫਿਰ 26 ਨਵੰਬਰ 1949। ਸਹੀ ਆਪਸ਼ਨ ਹੈ ਜੀ ਇੱਥੇ ਆਪਣੇ ਲਵੇ ਆਪਸ਼ਨ ਨੰਬਰ A 9 ਦਸੰਬਰ 1946 ਨੂੰ ਜੀ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ। ਚਲੋ ਜੀ ਨੈਕਸਟ ਹੈ ਜੀ ਸੰਵਿਧਾਨ ਦੇ ਮੂਲ ਪ੍ਰਾਰੂਪ ਵਿੱਚ ਰਾਜਾਂ ਦੇ ਕੱਕਾ ਖੱਖਾ ਗੱਗਾ ਘੱਗਾ ਨਾਮਕ 4 ਪ੍ਰਵਰਗ ਸੀ। ਰਾਜਾਂ ਦੇ ਇਹ ਪ੍ਰਵਰਗ ਕਦੋਂ ਸਮਾਪਤ ਕਰ ਦਿੱਤੇ ਗਏ? ਹਾਂਜੀ, ਜਦੋਂ ਆਪਣਾ ਭਾਰਤ ਆਜ਼ਾਦ ਹੋਇਆ ਸੀ ਤਾਂ ਜਿਹੜੇ ਰਾਜਾਂ ਨੂੰ 4 ਵਰਗਾਂ ਵਿੱਚ ਵੰਡ ਦਿੱਤਾ ਗਿਆ ਸੀ ਕੱਕਾ ਖੱਖਾ ਗੱਗਾ ਘੱਗਾ ਦੇ ਆਧਾਰ 'ਤੇ, ਇਹਨਾਂ ਨੂੰ ਕਦੋਂ ਸਮਾਪਤ ਕੀਤਾ ਗਿਆ ਸੀ? ਆਪਸ਼ਨ ਨੇ ਜੀ 26 ਜਨਵਰੀ 1950 ਨੂੰ, 1952, 1962 ਜਾਂ ਫਿਰ 1956। ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ D 1956 ਵਿੱਚ। ਚਲੋ ਜੀ ਨੈਕਸਟ ਹੈ ਭਾਰਤ ਦੀ ਸਰਵ ਉੱਚ ਵਿਧੀ ਹੈ। ਆਪਸ਼ਨ ਹੈ ਜੀ ਸੰਸਦ ਦੀ ਕੋਈ ਵਿਧੀ, ਨਿਆਂਪਾਲਿਕਾ, ਰਾਸ਼ਟਰਪਤੀ ਦਾ ਅਧਿਆਦੇਸ਼ ਜਾਂ ਫਿਰ ਸੰਵਿਧਾਨ। ਸਹੀ ਆਪਸ਼ਨ ਬਣੂਗੀ ਜੀ ਜਿਹੜੀ ਭਾਰਤ ਦੀ ਸਰਵ ਉੱਚ ਵਿਧੀ ਹੈ ਉਹ ਭਾਰਤ ਦਾ ਸੰਵਿਧਾਨ ਹੈ ਜੀ। ਠੀਕ ਹੈ, ਆਪਸ਼ਨ ਨੰਬਰ D। ਨੈਕਸਟ ਹੈ ਜੀ ਸੰਵਿਧਾਨ ਦਾ ਪ੍ਰਾਰੂਪ ਸੰਵਿਧਾਨ ਸਭਾ ਨੇ ਕਦੋਂ ਸਵੀਕ੍ਰਿਤ ਕੀਤਾ? ਹਾਂਜੀ, ਕਦੋਂ ਸਵੀਕਾਰ ਕੀਤਾ ਸੀ ਉਹ ਦੱਸਣਾ ਜੀ ਆਪਾਂ ਨੇ। ਆਪਸ਼ਨ ਹੈ ਜੀ 26 ਜਨਵਰੀ 1949, 26 ਜਨਵਰੀ 1950, 15 ਅਗਸਤ 1949 ਜਾਂ ਫਿਰ 26 ਨਵੰਬਰ 1949। ਸਹੀ ਆਪਸ਼ਨ ਬਣੇਗੀ ਜੀ ਆਪਸ਼ਨ ਨੰਬਰ D 26 ਨਵੰਬਰ 1949 ਨੂੰ ਸੰਵਿਧਾਨ ਸਭਾ ਨੂੰ ਜਿਹੜਾ ਉਹ ਸੀ ਸੰਵਿਧਾਨ 'ਚ ਉਹ ਸਵੀਕ੍ਰਿਤ ਕੀਤਾ ਗਿਆ ਸੀ। ਚਲੋ ਜੀ ਠੀਕ ਹੈ, ਆਪਸ਼ਨ ਨੰਬਰ D। ਨੈਕਸਟ ਹੈ ਜੀ ਸੰਵਿਧਾਨ ਸਭਾ ਦੀ ਪ੍ਰਾਰੂਪ ਸਮਿਤੀ ਦੇ ਪ੍ਰਧਾਨ ਕੌਣ ਸਨ? ਆਪਸ਼ਨ ਹੈ ਜੀ ਡਾਕਟਰ ਭੀਮ ਰਾਓ ਅੰਬੇਦਕਰ, ਸਰਦਾਰ ਵੱਲਭ ਭਾਈ ਪਟੇਲ ਜਾਂ ਫਿਰ ਪੰਡਿਤ ਨਹਿਰੂ, ਡਾਕਟਰ ਰਾਜਿੰਦਰ ਪ੍ਰਸਾਦ। ਸਹੀ ਆਪਸ਼ਨ ਬਣੂਗੀ ਜੀ ਆਪਣੇ ਲਵੇ ਆਪਸ਼ਨ ਨੰਬਰ A ਡਾਕਟਰ ਭੀਮ ਰਾਓ ਅੰਬੇਦਕਰ। ਨੈਕਸਟ ਹੈ ਜੀ ਭਾਰਤ ਦਾ ਸੰਸਦੀ ਪ੍ਰਜਾਤੰਤਰ ਕਿਸ ਦੇਸ਼ ਤੋਂ ਪ੍ਰਭਾਵਿਤ ਹੈ? ਹਾਂਜੀ, ਜਿਹੜੀ ਸੰਸਦੀ ਪ੍ਰਣਾਲੀ ਭਾਰਤ ਨੇ ਅਪਣਾਈ ਹੈ ਇਹ ਕਿਸ ਦੇਸ਼ ਤੋਂ ਪ੍ਰਭਾਵਿਤ ਹੋ ਕੇ ਅਪਣਾਈ ਹੈ? ਆਪਸ਼ਨ ਹੈ ਜੀ ਫਰਾਂਸ, ਅਮਰੀਕਾ, ਬ੍ਰਿਟੇਨ ਜਾਂ ਫਿਰ ਜਾਪਾਨ। ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ C
ब्रिटेन। ठीक है, चलो जी नैक्सट है जी, संविधान के अंतिम रूप नाल संविधान सभा के किन्ने मैंबरां ने हस्ताक्षर किए? ऑप्शन है जी अपने लवे 284, 290, 262 या फिर 296। सही है जी, जिन्हों ने साइन किए सी संविधान सभा के वो है सी ऑप्शन नंबर ए 284। नैक्सट है जी, संविधान सभा अंतरकालीन संसद के रूप में कदों तो काम करना लगी? हाँ जी, कदों तो काम करना इन्हें स्टार्ट कर दिता सी अंतरकालीन ते? ऑप्शन है जी 26 जनवरी 1950 या फिर 15 अगस्त 1949, 7 जनवरी 1950 या फिर 26 नवंबर 1949। सही ऑप्शन है जी ऑप्शन नंबर ए 26 जनवरी 1950। चलो जी नैक्सट, संविधान सभा तो मुस्लिम लीग ने बहिष्कार का प्रमुख कारण की सी? हाँ जी, संविधान सभा चो जो मुस्लिम लीग ने अपने आप को बहिष्कार बाहर कर लिया सी, इसका प्रमुख कारण की सी? ऑप्शन है जी संविधान सभा विच मुस्लिम लीग नूं वधेरे प्रतिनिधित्व नहीं मिली, मुस्लिम लीग मुसलमानों के लिए एक अलग संविधान सभा चाहती सी, या फिर मुस्लिम लीग किसी मुस्लिम नेता नूं संविधान सभा का प्रधान बनाना चाहती सी? उपरोक्त विचों कोई नहीं। सही है जी, जिहड़ा इहदा एक प्रमुख कारण हैगा जी मुस्लिम लीग मुसलमानों के लिए एक अलग संविधान सभा चाहती सी। नैक्सट है जी 1947 विच पुनर्गठन तो बाद संविधान सभा के मैंबरां की संख्या कितनी सी? सही ऑप्शन है जी इहदा ऑप्शन नंबर डी 299। नैक्सट है जी संविधान सभा का अस्थाई प्रधान कौन सी? केटी शाह, गोविंद बल्लभ पंत, हृदयनाथ कुंजरू या फिर डॉक्टर संचिदानंद सिन्हा। अस्थाई प्रधान सी जी ऑप्शन नंबर डी डॉक्टर संचिदानंद सिन्हा। नैक्सट, सूची 1 का सूची 2 नाल मिलान करना जी। मौलिक अधिकार अते न्यायिक समीक्षा ये किहड़े संविधान तो ली गई आपां ने? सॉरी मौलिक अधिकार अते जिहड़ी न्यायिक समीक्षा जी जुडिशियल रिव्यू आ ये आपां ने संयुक्त राज्य अमेरिका तो बोरो कीते नेगे। प्रजातंत्र की संसदीय प्रणाली ब्रिटेन, राज की नीति के निर्देशक तत्त आयरलैंड तो, संघ नूं प्रदत्त अवशिष्ट शक्तियाँ ये है नहीं कनेडा नाल मैच। सही आंसर बनूगा जी अपना 2, 1, 3, 4 ऑप्शन नंबर बी अपनी राइट है जी। चलो जी नैक्सट है जी भारत के संविधान ते सब तो वध प्रभाव किसका है? ऑप्शन है जी 1935 का भारतीय शासन अधिनियम या फिर संयुक्त राज्य अमेरिका का संविधान, यूनाइटेड किंगडम का संविधान, कनेडा का संविधान। भारतीय संविधान ते जिहड़ा सब तो वध प्रभाव पिया सी जी वो पिया सी 1935 के भारतीय शासन अधिनियम का। नैक्सट है जी संविधान सभा का गठन किस योजना के अंतर्गत होया? ऑप्शन है जी बेवल योजना, कैबिनेट मिशन, क्रिप्स मिशन या फिर माउंटबेटन योजना। सही ऑप्शन है जी ऑप्शन नंबर बी कैबिनेट मिशन। चलो जी नैक्सट है संविधान विच वर्णित राष्ट्रपति की आपातकालीन शक्तियां की व्यवस्था किस तो प्रेरित है? हाँ जी, जिहड़ियां भारतीय संविधान विच आपातकालीन शक्तियां ने ये कितों वालों कीतियां गईयां ने जी? ऑप्शन है जी 1935 के भारतीय शासन अधिनियम तो, अमेरिका तो, सोवियत संघ तो या फिर जर्मनी के बीमर संविधान तो। सही ऑप्शन बनूगी जी अपने लिए ऑप्शन नंबर डी जर्मनी के बीमर संविधान तो। हाँ जी, भारतीय संविधान जी आपातकालीन शक्तियां ने किन्नी तरह दियां ने? ये 3 तरह दियां ने। नैक्सट है जी संविधान निर्मात्री सभा के कुल किन्ने सत्र आयोजित किए गए?
हाँ जी किन्ने सैशन बुलाए गए सी जी इहदे कुल 7 9 11 ਜਾਂ ਫਿਰ 13। सही ऑप्शन बनूगी जी ऑप्शन नंबर सी 11। ਭਾਰਤੀ ਸੰਵਿਧਾਨ ਦਾ ਸੰਘੀ ਸਰੂਪ ਕਿਸ ਤੋਂ ਪ੍ਰਭਾਵਿਤ ਹੈ? ਆਪਸ਼ਨ ਹੈ ਜੀ ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਜਾਂ ਫਿਰ ਆਇਰਲੈਂਡ ਤੋਂ। ਸਹੀ ਆਪਸ਼ਨ ਬਣੂਗੀ ਜੀ ਇੱਥੇ ਆਪਣੇ ਲਵੇ ਅਮਰੀਕਾ ਅਤੇ ਕੈਨੇਡਾ 1 ਅਤੇ 3 ਆਪਸ਼ਨ ਨੰਬਰ ਡੀ। ਚਲੋ ਜੀ ਨੈਕਸਟ ਹੈ ਸੰਵਿਧਾਨ ਦਾ ਕਿਹੜਾ ਭਾਗ ਸੰਵਿਧਾਨ ਨਿਰਮਾਤਾਵਾਂ ਦੇ ਦਿਮਾਗ ਅਤੇ ਉਦੇਸ਼ ਨੂੰ ਪ੍ਰਤੀਬਿੰਬਿਤ ਕਰਦਾ ਹੈ? ਆਪਸ਼ਨ ਹੈ ਜੀ ਭਾਗ 4, ਭਾਗ 3, ਭਾਰਤੀ ਨਾਗਰਿਕਤਾ ਵਾਲਾ ਭਾਗ ਜਾਂ ਫਿਰ ਸੰਵਿਧਾਨ ਦੀ ਪ੍ਰਸਤਾਵਨਾ। ਸਹੀ ਆਪਸ਼ਨ ਬਣੂਗੀ ਜੀ ਇੱਥੇ ਆਪਣੇ ਲਈ ਆਪਸ਼ਨ ਨੰਬਰ ਏ ਭਾਗ 4, ਜਿਸ ਵਿੱਚ ਭਾਰਤੀ ਸੰਵਿਧਾਨ ਦੇ ਜਿਹੜਾ ਦਿਮਾਗ ਅਤੇ ਉਦੇਸ਼ਾਂ ਨੂੰ ਪ੍ਰਤੀਬਿੰਬਿਤ ਕੀਤਾ ਗਿਆ ਹੈ। ਨੈਕਸਟ ਹੈ ਜੀ ਸੰਵਿਧਾਨ ਸਭਾ ਲਈ ਸੰਪੰਨ ਹੋਏ ਨਿਰਵਾਚਨ ਵਿੱਚ ਕਾਂਗਰਸ ਨੂੰ ਕਿੰਨੀਆਂ ਸੀਟਾਂ ਮਿਲੀਆਂ ਸਨ? ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਡੀ 208। ਚਲੋ ਜੀ ਨੈਕਸਟ ਹੈ ਭਾਰਤ ਦਾ ਸੰਵਿਧਾਨ ਕਿੰਨੇ ਭਾਗਾਂ ਵਿੱਚ ਵਿਭਾਜਿਤ ਹੈ? ਆਪਸ਼ਨ ਹੈ ਜੀ 22, 24, 18 ਜਾਂ ਫਿਰ 15। ਸਹੀ ਆਪਸ਼ਨ ਬਣੂਗੀ ਜੀ ਇੱਥੇ ਆਪਣੇ ਲਵੇ ਆਪਸ਼ਨ ਨੰਬਰ ਏ 22 ਭਾਗਾਂ ਵਿੱਚ ਜੀ। ਨੈਕਸਟ ਹੈ ਜੀ ਬਹੁ ਚਰਚਿਤ ਉਦੇਸ਼ ਪ੍ਰਸਤਾਵ ਵਿੱਚ ਵਰਣਿਤ ਵਿਚਾਰਾਂ ਨੂੰ ਸੰਵਿਧਾਨ ਸਭਾ ਨੇ ਸੰਵਿਧਾਨ ਦੇ ਕਿਸ ਭਾਗ ਵਿੱਚ ਸਥਾਨ ਦਿੱਤਾ? ਆਪਸ਼ਨ ਹੈ ਜੀ ਭਾਗ 3 ਮੌਲਿਕ ਅਧਿਕਾਰ, ਭਾਗ 4 ਨੀਤੀ ਨਿਰਦੇਸ਼ਕ ਤੱਤ ਜਾਂ ਫਿਰ ਭਾਗ 4 ਮੌਲਿਕ ਕਰਤੱਵ ਜਾਂ ਫਿਰ ਪ੍ਰਸਤਾਵਨਾ ਵਿੱਚ। ਸਹੀ ਆਪਸ਼ਨ ਬਣੂਗੀ ਜੀ ਜਿਹੜਾ ਉਦੇਸ਼ ਪ੍ਰਸਤਾਵ ਦੇ ਵਿਚਾਰ ਸੀ ਉਹ ਭਾਗ ਨੰਬਰ 3 ਮੌਲਿਕ ਅਧਿਕਾਰਾਂ ਵਿੱਚ ਸਥਾਨ ਰੱਖਦੇ ਨੇ। ਚਲੋ ਜੀ ਨੈਕਸਟ ਹੈ ਕਿਸ ਅਧਿਨਿਯਮ ਦੇ ਢਾਂਚੇ ਨੂੰ ਸੰਵਿਧਾਨ ਸਭਾ ਦੁਆਰਾ ਸਵੀਕ੍ਰਿਤ ਕੀਤਾ ਗਿਆ ਜਾਂ ਸਵੀਕਾਰ ਕੀਤਾ ਗਿਆ? ਆਪਸ਼ਨ ਹੈ ਜੀ 1935 ਦਾ ਅਧਿਨਿਯਮ, 1947 ਦਾ ਅਧਿਨਿਯਮ, 1919 ਦਾ ਅਧਿਨਿਯਮ ਜਾਂ ਫਿਰ 1909 ਦਾ ਅਧਿਨਿਯਮ। ਕਿਹੜੇ ਅਧਿਨਿਯਮ ਨੂੰ ਸਵੀਕਾਰ ਕੀਤਾ ਗਿਆ ਸੀ ਜੀ? ਆਪਸ਼ਨ ਨੰਬਰ ਏ 1935 ਦਾ ਅਧਿਨਿਯਮ। ਨੈਕਸਟ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸਮਾਜਵਾਦੀ ਅਤੇ ਧਰਮ ਨਿਰਪੇਖ ਸ਼ਬਦ ਕਦੋਂ ਜੋੜੇ ਗਏ? ਆਪਸ਼ਨ ਹੈ ਜੀ ਪਹਿਲੀ ਸੰਸ਼ੋਧਨ ਅਧਿਨਿਯਮ 1951 ਵਿੱਚ ਜਾਂ ਫਿਰ 7ਵਾਂ ਸੰਵਿਧਾਨਕ ਸੰਸ਼ੋਧਨ 1956 ਵਿੱਚ, 42ਵਾਂ ਸੰਵਿਧਾਨਕ ਸੰਸ਼ੋਧਨ 1976 ਵਿੱਚ ਜਾਂ ਫਿਰ 44ਵਾਂ ਸੰਵਿਧਾਨਕ ਸੰਸ਼ੋਧਨ 1978 ਵਿੱਚ। ਸਹੀ ਆਪਸ਼ਨ ਬਣੂਗੀ ਜੀ ਇੱਥੇ ਆਪਣੇ ਲਵੇ ਆਪਸ਼ਨ ਨੰਬਰ ਸੀ 42ਵਾਂ ਸੰਵਿਧਾਨਕ ਸੰਸ਼ੋਧਨ 1976 ਵਿੱਚ ਸਮਾਜਵਾਦੀ ਅਤੇ ਧਰਮ ਨਿਰਪੇਖ ਸ਼ਬਦ ਜੋੜੇ ਗਏ ਸੀ। ਇੰਪੋਰਟੈਂਟ ਹੈ ਜੀ, ਸਟਾਰ ਲਗਾ ਲੈਣਾ। ਨੈਕਸਟ ਹੈ ਜੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਹੁਣ ਤੱਕ ਕਿੰਨੀ ਵਾਰ ਸੋਧ ਹੋਈ ਹੈ? ਇਹ ਵੀ ਇੰਪੋਰਟੈਂਟ ਹੈ ਜੀ। ਠੀਕ ਹੈ ਚਲੋ ਜੀ ਆਪਸ਼ਨ ਨੇ ਜੀ ਆਪਣੇ ਕੋਲ 1 ਵਾਰ, 4 ਵਾਰ, 6 ਵਾਰ, ਕੋਈ ਸੋਧ ਨਹੀਂ ਹੋਈ ਅਜੇ ਤੱਕ। ਸਹੀ ਆਪਸ਼ਨ ਬਣੂਗੀ ਜੀ ਆਪਸ਼ਨ ਨੰਬਰ ਏ 1 ਵਾਰੀ ਹੋਈ ਹੈ ਜੀ। ਕਦੋਂ ਹੋਈ ਸੀ ਇਹ? 1976 ਵਿੱਚ 42ਵੀਂ ਸੋਧ ਰਾਹੀਂ। ਚਲੋ ਜੀ ਨੈਕਸਟ ਹੈ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ ਦੀ ਵਿਵਸਥਾ ਸੰਵਿਧਾਨ ਦੇ ਕਿਸ ਭਾਗ ਵਿੱਚ ਕੀਤੀ ਗਈ ਹੈ? ਹਾਂਜੀ ਭਾਰਤੀ ਸੰਵਿਧਾਨ ਦੇ ਕਿਸ ਭਾਗ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ 3 ਤਰ੍ਹਾਂ ਦੀ ਨਿਆਂ ਦਿੱਤੀ ਗਈ ਹੈ ਜੀ? ਆਪਸ਼ਨ ਹੈ ਨੀਤੀ ਨਿਰਦੇਸ਼ਕ ਤੱਤਾਂ ਵਿੱਚ, ਪ੍ਰਸਤਾਵਨਾ ਵਿੱਚ, ਮੌਲਿਕ ਅਧਿਕਾਰਾਂ ਵਿੱਚ ਜਾਂ ਫਿਰ ਕਿਤੇ ਵੀ ਨਹੀਂ। ਸਹੀ ਆਪਸ਼ਨ ਹੋਊਗੀ ਜੀ ਇੱਥੇ ਆਪਸ਼ਨ ਨੰਬਰ ਬੀ ਪ੍ਰਸਤਾਵਨਾ ਵਿੱਚ। ਨੈਕਸਟ ਹੈ ਜੀ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਕਿਸ ਦਾ ਉਲੇਖ ਨਹੀਂ ਹੈ? ਆਪਸ਼ਨ ਹੈ ਜੀ ਸੁਤੰਤਰਤਾ, ਸਮਾਨਤਾ, ਬੰਧੁਤਵ ਅਤੇ ਅਹਿੰਸਾ। ਆਪਸ਼ਨ ਨੰਬਰ ਡੀ ਅਹਿੰਸਾ, ਇਸ ਦਾ ਭਾਰਤੀ ਪ੍ਰਸਤਾਵਨਾ ਵਿੱਚ ਕਿਧਰੇ ਵੀ ਉਲੇਖ ਨਹੀਂ ਹੈ। ਨੈਕਸਟ ਹੈ ਜੀ ਕਿਸ ਬਾਅਦ ਵਿੱਚ ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੀ ਕੁੰਜੀ ਕਿਹਾ ਗਿਆ ਹੈ? ਇਹ ਵੀ ਵੈਰੀ ਇੰਪੋਰਟੈਂਟ ਹੈ ਜੀ, ਨੋਟ ਕਰਨਾ। ਆਪਸ਼ਨ ਹੈ ਜੀ ਕੇਸ਼ਵਾਨੰਦ ਭਾਰਤੀ, ਗੋਲਕਨਾਥ, ਮਿਨਰਵਾ ਮਿਲ ਜਾਂ ਫਿਰ ਬੇਰੁਵਾਰੀ ਕੇਸ। ਹਾਂਜੀ ਕਿਸ ਕੇਸ ਵਿੱਚ ਕਿਹਾ ਗਿਆ ਸੀ?
ਜਿਹੜੀ ਪ੍ਰਸਤਾਵਨਾ ਉਹ ਭਾਰਤੀ ਸੰਵਿਧਾਨ ਦੀ ਕੁੰਜੀ ਹੈ। ਸਹੀ ਆਪਸ਼ਨ ਹੈ ਜੀ ਇਹਦੀ ਆਪਣੇ ਲਵੇ ਆਪਸ਼ਨ ਨੰਬਰ ਡੀ ਬੇਰੁਜ਼ਗਾਰੀ ਕੇਸ ਵਿੱਚ। ਨੈਕਸਟ ਹੈ ਜੀ, ਕਿਸ ਸੰਵਿਧਾਨਿਕ ਸੋਧ ਦੁਆਰਾ ਪ੍ਰਸਤਾਵਨਾ ਵਿੱਚ ਪੰਥ ਨਿਰਪੇਖ, ਸਮਾਜਵਾਦੀ ਅਤੇ ਅਖੰਡਤਾ ਸ਼ਬਦ ਜੋੜੇ ਗਏ? ਆਪਸ਼ਨ ਹੈ ਜੀ 9ਵੀਂ, 25ਵੀਂ, 42ਵੀਂ ਜਾਂ ਫਿਰ 44ਵੀਂ। ਸਹੀ ਆਪਸ਼ਨ ਹੈ ਜੀ ਇੱਥੇ ਆਪਸ਼ਨ ਨੰਬਰ ਸੀ 42ਵੀਂ 1976 ਵਿੱਚ। ਚਲੋ ਜੀ ਨੈਕਸਟ ਹੈ, ਕਿਸ ਵਾਦ ਵਿੱਚ ਉੱਚਤਮ ਅਦਾਲਤ ਨੇ ਪ੍ਰਸਤਾਵਨਾ ਨੂੰ ਸੰਵਿਧਾਨ ਦਾ ਅੰਗ ਦੱਸਿਆ? ਆਪਸ਼ਨ ਹੈ ਜੀ ਬੇਰੁਜ਼ਗਾਰੀ, ਕੇਸ਼ਵਾਨੰਦ ਭਾਰਤੀ, ਮਿਨਰਵਾ ਮਿਲ ਜਾਂ ਫਿਰ ਗੋਲਕਨਾਥ। ਹਾਂਜੀ, ਉੱਚਤਮ ਅਦਾਲਤ ਸੁਪਰੀਮ ਕੋਰਟ ਵੱਲੋਂ ਸੰਵਿਧਾਨ ਦਾ ਅੰਗ ਕਿਹੜੇ ਕੇਸ ਵਿੱਚ ਦੱਸਿਆ ਸੀ ਜੀ? ਆਪਸ਼ਨ ਨੰਬਰ ਬੀ ਕੇਸ਼ਵਾਨੰਦ ਭਾਰਤੀ। ਕਦੋਂ ਹੋਇਆ ਸੀ ਜੀ ਇਹ ਕੇਸ? 1973 ਵਿੱਚ। ਠੀਕ ਹੈ, ਚਲੋ ਜੀ ਨੈਕਸਟ ਹੈ, ਕਿਸ ਸੋਧ ਅਧਿਨਿਯਮ ਦੇ ਦੁਆਰਾ ਸੰਪत्ति ਦੇ ਅਧਿਕਾਰ ਨੂੰ ਮੂਲ ਅਧਿਕਾਰ ਦੀ ਬਜਾਏ ਵਿਧਿਕ ਅਧਿਕਾਰ ਦੀ ਸੰਗਿਆ ਦਿੱਤੀ ਗਈ? ਹਾਂਜੀ, ਜਿਹੜਾ ਸੰਪत्ति ਦਾ ਅਧਿਕਾਰ ਸੀ ਇਹਨੂੰ ਮੂਲ ਅਧਿਕਾਰਾਂ ਵਿੱਚੋਂ ਕੱਢ ਕੇ ਇੱਕ ਕਾਨੂੰਨੀ ਜਾਂ ਵਿਧਿਕ ਅਧਿਕਾਰ ਕਦੋਂ ਦਿੱਤਾ ਗਿਆ ਸੀ, ਕਦੋਂ ਬਣਾਇਆ ਗਿਆ ਸੀ ਜੀ? ਆਪਸ਼ਨ ਨੇ 48ਵੇਂ ਸੰਵਿਧਾਨਿਕ ਸੰਸ਼ੋਧਨ ਦੁਆਰਾ ਜਾਂ ਫਿਰ 42ਵੇਂ, 43ਵੇਂ ਜਾਂ ਫਿਰ 44ਵੇਂ। ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਸੀ 43ਵੀਂ। ਇਹ ਵੀ ਇੰਪੋਰਟੈਂਟ ਹੈ ਜੀ। ਚਲੋ ਜੀ ਨੈਕਸਟ ਹੈ, ਸੰਵਿਧਾਨ ਦੇ 42ਵੇਂ ਸੋਧ ਦੁਆਰਾ ਜੋੜੇ ਗਏ ਭਾਗ 4 ਕ ਅਤੇ ਅਨੁਛੇਦ 51 ਕ ਦਾ ਸੰਬੰਧ ਹੈ? ਆਪਸ਼ਨ ਹੈ ਜੀ ਮੌਲਿਕ ਕਰਤੱਵਾਂ ਨਾਲ, ਮੂਲ ਅਧਿਕਾਰਾਂ ਨਾਲ, ਨੀਤੀ ਨਿਰਦੇਸ਼ਕ ਤੱਤਾਂ ਨਾਲ ਜਾਂ ਫਿਰ ਸੰਪत्ति ਦੇ ਅਧਿਕਾਰ ਨਾਲ। ਸਹੀ ਆਪਸ਼ਨ ਬਣੂਗੀ ਜੀ ਇੱਥੇ ਆਪਣੇ ਲਵੇ ਆਪਸ਼ਨ ਨੰਬਰ ਏ ਮੌਲਿਕ ਕਰਤੱਵਾਂ ਨਾਲ। ਹਾਂਜੀ, ਇਹ 42ਵੀਂ ਸੰਵਿਧਾਨਿਕ ਸੋਧ ਦੁਆਰਾ ਸੰਵਿਧਾਨ ਵਿੱਚ ਐਡ ਕੀਤੀਆਂ ਗਈਆਂ ਸੀ। ਅਗਲਾ ਕੁਐਸਚਨ ਹੈ ਜੀ, ਅਨੁਛੇਦ 39 ਕ ਵਿੱਚ ਵਰਣਿਤ ਸਮਾਨ ਨਿਆਂ ਅਤੇ ਨਿਰਸ਼ੁਲਕ ਵਿਧਿਕ ਸਹਾਇਤਾ ਦਾ ਨਿਰਦੇਸ਼ਕ ਤੱਤ ਸੰਵਿਧਾਨ ਦੇ ਕਿਸ ਸੋਧ ਅਧਿਨਿਯਮ ਦੀ ਦੇਣ ਹੈ? ਆਪਸ਼ਨ ਹੈ ਜੀ 42ਵੇਂ, 44ਵੇਂ, 56ਵੇਂ ਜਾਂ ਫਿਰ 24ਵੇਂ। ਸਹੀ ਆਪਸ਼ਨ ਹੈ ਜੀ ਇੱਥੇ ਆਪਣੇ ਲਵੇ ਆਪਸ਼ਨ ਨੰਬਰ ਏ 42ਵੇਂ। ਚਲੋ ਜੀ ਨੈਕਸਟ, ਕਿਸ ਸੰਵਿਧਾਨ ਸੋਧ ਅਧਿਨਿਯਮ ਦੇ ਅੰਤਰਗਤ ਦੇਸੀ ਰਿਆਸਤਾਂ ਦੇ ਸ਼ਾਸਕਾਂ ਦੇ ਪ੍ਰੀਵੀ ਪਰਸ ਅਧਿਕਾਰ ਸਮਾਪਤ ਕਰ ਦਿੱਤੇ ਗਏ? ਇਹ ਵੀ ਇੰਪੋਰਟੈਂਟ ਹੈ ਜੀ, ਸਟਾਰ ਲਗਾ ਲੈਣਾ। ਆਪਸ਼ਨ ਹੈ ਜੀ 25ਵਾਂ, 26ਵਾਂ, 31ਵਾਂ ਜਾਂ ਫਿਰ 39ਵਾਂ। ਪ੍ਰੀਵੀ ਪਰਸ ਸਮਾਪਤ ਕੀਤੇ ਗਏ ਸੀ ਜਿਹੜੇ ਉਹ ਆਪਸ਼ਨ ਨੰਬਰ ਬੀ 26ਵਾਂ ਸੀ ਜੀ ਸੰਵਿਧਾਨਿਕ ਸੰਸ਼ੋਧਨ। ਨੈਕਸਟ ਹੈ ਜੀ, ਸੰਵਿਧਾਨ ਸੋਧ ਦੀ ਪ੍ਰਕਿਰਿਆ ਦਾ ਉਲੇਖ ਸੰਵਿਧਾਨ ਦੇ ਕਿਸ ਭਾਗ ਵਿੱਚ ਅਨੁਛੇਦ ਵਿੱਚ ਕੀਤਾ ਗਿਆ ਹੈ? ਹਾਂਜੀ, ਜਿਹੜਾ ਭਾਰਤੀ ਸੰਵਿਧਾਨ ਵਿੱਚ ਅਮੈਂਡਮੈਂਟ ਕਰਨ ਦੀ ਪ੍ਰਾਵਧਾਨ ਆ ਜੀ ਉਹ ਕਿਹੜਾ ਅਨੁਛੇਦ ਅਤੇ ਸੰਵਿਧਾਨ ਦਾ ਕਿਹੜਾ ਭਾਗ ਆ ਜੀ ਇਹ ਦੱਸਣਾ ਆਪਣੇ। ਇਹਦੀ ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ ਏ 20 ਨੰਬਰ ਭਾਗ ਆ ਜੀ ਅਤੇ 368 ਇਹਦਾ ਅਨੁਛੇਦ ਹੈ ਆਰਟੀਕਲ। ਨੈਕਸਟ ਹੈ ਜੀ, ਸੰਵਿਧਾਨ ਵਿੱਚ ਕਿੰਨੇ ਪ੍ਰਕਾਰ ਨਾਲ ਸੋਧ ਕੀਤੀ ਜਾ ਸਕਦੀ ਹੈ? ਆਪਸ਼ਨ ਨੇ ਜੀ 2, 1, 3 ਜਾਂ ਫਿਰ 4। ਭਾਰਤੀ ਸੰਵਿਧਾਨ ਵਿੱਚ ਜਿਹੜੀ ਸੋਧ ਆ ਜੀ ਆਪਸ਼ਨ ਨੰਬਰ ਸੀ ਉਹ 3 ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਸਿੰਪਲ ਮੈਜੋਰਟੀ, ਸਪੈਸ਼ਲ ਮੈਜੋਰਟੀ, ਸਿੰਪਲ ਪਲੱਸ ਸਪੈਸ਼ਲ ਮੈਜੋਰਟੀ ਨਾਲ। ਨੈਕਸਟ ਹੈ ਜੀ, ਕੋਈ ਸੰਵਿਧਾਨ ਸੋਧ ਬਿੱਲ ਕੀ ਰਾਸ਼ਟਰਪਤੀ ਦੀ ਅਨੁਮਤੀ ਨਾਲ ਹੀ ਅਧਿਨਿਯਮ ਬਣਦਾ ਹੈ? ਆਪਸ਼ਨ ਹੈ ਜੀ ਨਹੀਂ ਜੇਕਰ ਸੰਸਦ ਨੇ ਵਿਸ਼ੇਸ਼ ਬਹੁਮਤ ਨਾਲ ਉਸ ਨੂੰ ਪਾਸ ਕੀਤਾ ਹੈ। ਹਾਂ ਨਹੀਂ ਜੇਕਰ ਉਸ ਸੋਧ ਅਧਿਨਿਯਮ ਤੋਂ ਅੱਧੇ ਤੋਂ ਜ਼ਿਆਦਾ ਰਾਜ ਸਹਿਮਤ ਹੋਣ। ਸਹੀ ਆਪਸ਼ਨ ਹੈ ਜੀ ਇੱਥੇ ਆਪਸ਼ਨ ਨੰਬਰ ਸੀ ਹਾਂ। ਨੈਕਸਟ ਹੈ ਜੀ, ਭਾਰਤੀ ਰਾਜਨੀਤਿਕ ਵਿਵਸਥਾ ਵਿੱਚੋਂ ਇਹਨਾਂ ਵਿੱਚੋਂ ਕੌਣ ਸਰਵਉੱਚ ਹੈ? ਆਪਸ਼ਨ ਹੈ ਜੀ ਸਰਵਉੱਚ ਅਦਾਲਤ, ਸੰਵਿਧਾਨ, ਸੰਸਦ ਜਾਂ ਫਿਰ ਧਰਮ। ਹਾਂਜੀ, ਜਿਹੜੇ ਭਾਰਤੀ ਰਾਜਨੀਤਿਕ ਵਿਵਸਥਾ ਦੇ ਆਧਾਰ 'ਤੇ ਸਰਵਉੱਚ ਕੌਣ ਹੈ ਜੀ ਇੱਥੇ? ਆਪਸ਼ਨ ਨੰਬਰ ਬੀ ਸੰਵਿਧਾਨ। ਨੈਕਸਟ ਹੈ ਜੀ,
ਭਾਰਤ ਵਿੱਚ ਨਿਆਇਕ ਪੁਨਰ ਨਿਰੀਖਣ ਦੀ ਸੰਕਲਪਨਾ ਨਿਮਨਕ੍ਰਿਤ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ। ਹਾਂਜੀ, ਕਿਸ ਦੇਸ਼ ਦੇ ਸੰਵਿਧਾਨ ਤੋਂ ਜਿਹੜਾ ਜੁਡੀਸ਼ੀਅਲ ਰਿਵਿਊ ਲਿਆ ਗਿਆ ਸੀ ਜੀ? ਆਪਸ਼ਨ ਹੈ ਜੀ ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ, ਜਾਂ ਫਿਰ USSR, ਜਾਂ ਫਿਰ ਆਸਟ੍ਰੇਲੀਆ। ਸਹੀ ਆਪਸ਼ਨ ਹੈ ਜੀ ਇੱਥੇ ਆਪਣੇ ਲਈ ਆਪਸ਼ਨ ਨੰਬਰ B, ਸੰਯੁਕਤ ਰਾਜ ਅਮਰੀਕਾ ਤੋਂ। ਭਾਰਤ ਦੀ ਸੰਘਾਤਮਕ ਵਿਵਸਥਾ ਹੇਠ ਲਿਖਿਆਂ ਵਿੱਚੋਂ ਕਿਸ ਦੇਸ਼ ਨਾਲ ਸੰਬੰਧਿਤ ਹੈ? ਆਪਸ਼ਨ ਹੈ ਜੀ ਕੈਨੇਡਾ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ ਅਮਰੀਕਾ, ਜਾਂ ਫਿਰ ਆਇਰਲੈਂਡ। ਸਹੀ ਆਪਸ਼ਨ ਬਣੂਗੀ ਜੀ ਜਿਹੜੀ ਭਾਰਤ ਦੀ ਸੰਘਾਤਮਕ ਵਿਵਸਥਾ ਕਿਸ ਦੇਸ਼ ਨਾਲ ਸਾਰਿਆਂ ਤੋਂ ਵੱਧ ਸੰਬੰਧਿਤ ਹੈ? ਆਪਸ਼ਨ ਨੰਬਰ A, ਕੈਨੇਡਾ ਨਾਲ। ਨੈਕਸਟ ਹੈ ਜੀ ਨਿਆਇਕ ਪੁਨਰਵਲੋਕਨ ਦੀ ਵਿਵਸਥਾ। ਆਪਸ਼ਨ ਹੈ ਜੀ ਸਿਰਫ ਭਾਰਤ ਵਿੱਚ ਹੈ, ਸਿਰਫ USA ਵਿੱਚ ਹੈ, ਭਾਰਤ ਅਤੇ USA ਵਿੱਚ ਹੈ, ਜਾਂ ਫਿਰ ਸਿਰਫ UK ਵਿੱਚ ਹੈ। ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ C, ਭਾਰਤ ਅਤੇ USA ਵਿੱਚ ਹੈ। USA ਵਿੱਚ ਇਹ ਕਦੋਂ ਤੋਂ ਸਟਾਰਟ ਹੋਈ ਸੀ ਜੀ? 803 ਤੋਂ। ਅਤੇ ਭਾਰਤ ਵਿੱਚ ਜਦੋਂ ਭਾਰਤੀ ਸੰਵਿਧਾਨ ਬਣਾਇਆ ਗਿਆ ਸੀ ਜੀ ਉਸ ਵਿੱਚ ਹੀ ਐਡ ਕੀਤੀ ਗਈ ਸੀ। ਨੈਕਸਟ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਲੱਛਣ ਭਾਰਤੀ ਪਰਿਸੰਘ ਅਤੇ ਅਮਰੀਕੀ ਪਰਿਸੰਘ ਵਿੱਚ ਸਮਾਨ ਰੂਪ ਵਿੱਚ ਪਾਇਆ ਜਾਂਦਾ ਹੈ? ਆਪਸ਼ਨ ਹੈ ਜੀ ਇੱਕ ਹੀ ਨਾਗਰਿਕਤਾ, ਸੰਵਿਧਾਨ ਦੀਆਂ 3 ਸੂਚੀਆਂ, ਨਿਆਂਪਾਲਿਕਾ ਦੀ ਦਵੈਧਤਾ, ਜਾਂ ਫਿਰ ਸੰਵਿਧਾਨ ਦੇ ਨਿਰਵਚਨ ਦੇ ਲਈ ਪਰਿਸੰਘੀ ਉੱਚਤਮ ਅਦਾਲਤ। ਸਹੀ ਆਪਸ਼ਨ ਹੈ ਜੀ ਆਪਸ਼ਨ ਨੰਬਰ D, ਸੁਪਰੀਮ ਕੋਰਟ ਜਾਂ ਉੱਚਤਮ ਅਦਾਲਤ। ਚਲੋ ਜੀ ਨੈਕਸਟ ਹੈ ਜੀ ਭਾਰਤੀ ਸੰਵਿਧਾਨ ਵਿੱਚ ਹੋਰ ਦੇਸ਼ਾਂ ਦੇ ਸੰਵਿਧਾਨਾਂ ਤੋਂ ਕੁਝ ਵਿਸ਼ਿਸ਼ਟਤਾਵਾਂ ਨੂੰ ਲਿਆ ਗਿਆ ਹੈ। ਕਿਸ ਦੇਸ਼ ਦਾ ਰਾਜਨੀਤੀ ਦੇ ਨਿਰਦੇਸ਼ਕ ਤੱਤਾਂ ਦੇ ਨਿਰਮਾਣ ਵਿੱਚ ਯੋਗਦਾਨ ਹੈ? ਆਪਸ਼ਨ ਹੈ ਜੀ ਫਰਾਂਸ, ਆਇਰਲੈਂਡ, ਜਾਪਾਨ, ਜਾਂ ਫਿਰ ਸੰਯੁਕਤ ਰਾਜ ਅਮਰੀਕਾ। ਹਾਂਜੀ, ਜਿਹੜੇ ਭਾਰਤ ਦੇ ਰਾਜਨੀਤੀ ਦੇ ਨਿਰਦੇਸ਼ਕ ਤੱਤ ਨੇ ਜੀ ਇਹ ਆਇਰਲੈਂਡ ਤੋਂ ਲੈ ਗਏ ਹਨ। ਆਪਸ਼ਨ ਨੰਬਰ B ਇੱਥੇ ਆਪਣਾ ਸਹੀ ਆਨਸਰ ਹੈ ਜੀ। ਨੈਕਸਟ ਹੈ ਜੀ ਰਾਜ ਸਭਾ ਦੇ ਗਠਨ ਵਿੱਚ ਪ੍ਰਤਿਭਾ, ਅਨੁਭਵ ਅਤੇ ਸੇਵਾ ਨੂੰ ਪ੍ਰਤੀਨਿਧਿਤਵ ਦੇਣ ਲਈ ਵਿੱਚ ਭਾਰਤੀ ਸੰਵਿਧਾਨ ਨਿਰਮਾਤਾ ਹੇਠ ਲਿਖੇ ਉਦਾਹਰਨਾਂ ਤੋਂ ਪ੍ਰਭਾਵਿਤ ਹੋਏ ਸਨ। ਆਪਸ਼ਨ ਹੈ ਜੀ ਆਇਰਿਸ਼ ਗਣਤੰਤਰ ਤੋਂ, ਕੈਨੇਡਾ, ਸੰਯੁਕਤ ਰਾਜ ਅਮਰੀਕਾ ਤੋਂ, ਜਾਂ ਫਿਰ ਆਸਟ੍ਰੇਲੀਆ ਤੋਂ। ਸਹੀ ਆਪਸ਼ਨ ਬਣੂਗੀ ਜੀ ਇੱਥੇ ਆਪਣੇ ਲਵੇ ਆਪਸ਼ਨ ਨੰਬਰ B, ਆਪਸ਼ਨ ਨੰਬਰ A ਇਹਦਾ ਸਹੀ ਰਾਈਟ ਆਨਸਰ ਹੈ ਜੀ। ਜਿਹੜੀ ਰਾਜ ਸਭਾ ਸੀ ਉਹਦਾ ਗਠਨ ਹੋਇਆ ਸੀ ਜਿਹਦੀ ਪ੍ਰਤਿਭਾ, ਅਨੁਭਵ ਅਤੇ ਸੇਵਾ ਦੇ ਜਿਹੜੇ ਪ੍ਰਤੀਨਿਧਿਤਵ ਆ ਜੀ ਉਹ ਆਇਰਿਸ਼ ਗਣਤੰਤਰ ਤੋਂ ਲਈ ਗਈ ਸੀ ਜੀ। ਚਲੋ ਜੀ ਨੈਕਸਟ ਹੈ ਜੀ ਅੱਜ ਲਈ ਇੰਨੀ MCQ ਸੀ। ਵੀਡੀਓ ਦੇਖਣ ਲਈ ਧੰਨਵਾਦ। ਪਲੀਜ਼ ਜਾਂਦੇ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਕੇ ਜਾਇਆ ਕਰੋ। ਥੈਂਕ ਯੂ ਜੀ।